लोग जाने ही गीत है, लोग जाने ही गीत है। ये तो ब्रह्म विचार, ये तो ब्रह्म विचार। लोग जाने ही गीत है, लोग जाने ही गीत है, लोग जाने ही गीत। गुरु जी का खालसा वाहिगुरु जी की फतेह। अंग है 441। बाबा अमरदास जी का शब्द संत रूप विच आपां आरंभ कीता सी। ਉਹਦੇ ਹੁਣ तक 7 ਬੰਦ ਸੰਪੂਰਨ ਹੋਏ ਨੇ। 8ਵਾਂ ਆਰੰਭ ਕਰਨ ਲੱਗੇ ਹਾਂ। ਧੰਨ ਸੋ ਵੇਲਾ ਜਿਤ ਮੈਂ ਸਤਿਗੁਰ ਮਿਲਿਆ, ਸੋ ਸੋ ਚਿਤ ਆਇਆ। ਮਹਾ ਆਨੰਦ ਸਹਿਜ ਭਇਆ, ਮਨ ਤਨ ਸੁਖ ਪਾਇਆ। ਹਾਂਜੀ। ਧੰਨ ਸੋ ਵੇਲਾ ਜਿਤ ਮੈਂ ਸਤਿਗੁਰ ਮਿਲਿਆ, ਧੰਨ ਸੋ ਵੇਲਾ ਜਿਤ ਮੈਂ ਸਤਿਗੁਰ ਮਿਲਿਆ। ਸੋ ਸੋ ਚਿਤ ਆਇਆ, ਸੋ ਸੋ ਚਿਤ ਆਇਆ। ਮਹਾ ਆਨੰਦ ਸਹਿਜ ਭਇਆ, ਮਹਾ ਆਨੰਦ ਸਹਿਜ ਭਇਆ। ਮਨ ਤਨ ਸੁਖ ਪਾਇਆ। ਮਨ ਤਨ ਸੁਖ ਪਾਇਆ। ਧੰਨ ਸੋ ਵੇਲਾ ਜਿਤ ਮੈਂ ਸਤਿਗੁਰ ਮਿਲਿਆ, ਸੋ ਸੋ ਚਿਤ ਆਇਆ। ਮਨ ਨੂੰ ਸੰਬੋਧਨ ਹੋ ਕੇ ਤੇ ਮਨ ਨੇ ਜਦੋਂ ਇਸ ਗੱਲ ਨੂੰ ਮੰਨਿਆ ਤੇ ਤੀਜੇ ਪਾਤਸ਼ਾਹ ਕਹਿੰਦੇ ਭਾਈ ਉਹ ਸਮਾਂ ਉਹ ਵੇਲਾ ਸਾਡੇ ਲਈ ਧੰਨਤਾ ਦੇ ਯੋਗ ਹੈ ਜਦੋਂ ਸਾਨੂੰ ਸਤਿਗੁਰੂ ਮਿਲਿਆ। ਅਸੀਂ ਸਤਿਗੁਰੂ ਨਾਲ ਜਾ ਜੁੜੇ, ਸੰਗਤ ਵਿੱਚ ਆਏ, ਬਾਣੀ ਨੂੰ ਪੜ੍ਹਿਆ, ਬਾਣੀ ਨੂੰ ਵਿਚਾਰਿਆ ਤੇ ਅਸੀਂ ਆਪਣੇ ਸਤਿਗੁਰੂ ਨੂੰ ਜਾ ਮਿਲੇ। ਸਤਿਗੁਰੂ ਨੂੰ ਮਿਲ ਕੇ ਸਾਨੂੰ ਉਹ ਪ੍ਰਭੂ ਚੇਤੇ ਆ ਗਿਆ, ਕਿਉਂਕਿ ਸਤਿਗੁਰੂ ਨੇ ਸਾਨੂੰ ਜਿਹੜਾ ਵਿਸਰਿਆ ਹੋਇਆ ਸੀ ਮਾਲਕ ਪ੍ਰਭੂ ਚੇਤੇ ਕਰਵਾ ਦਿੱਤਾ, ਜਿਹਨੂੰ ਅਸੀਂ ਭੁੱਲੇ ਬੈਠੇ ਸਾਂ। ਉਹ ਸਮਾਂ ਉਹ ਵੇਲਾ ਸਾਡੇ ਲਈ ਧੰਨਤਾ ਦੇ ਯੋਗ ਹੈ, ਧੰਨ ਹੈ ਉਹ ਸਮਾਂ। ਮਹਾ ਆਨੰਦ ਸਹਿਜ ਭਇਆ, ਮਨ ਤਨ ਸੁਖ ਪਾਇਆ। ਕਹਿੰਦੇ ਬੜੀ ਸ਼ਾਂਤੀ ਅੰਦਰ, ਮਹਾ ਆਨੰਦ ਭਇਆ। ਅੰਦਰ ਆਨੰਦ ਹੀ ਆਨੰਦ, ਖੇੜਾ ਹੀ ਖੇੜਾ, ਖੁਸ਼ੀ ਖੁਸ਼ੀ ਹੋ ਗਈ। ਕਹਿੰਦੇ ਮਨ ਸਹਿਜ ਵਿੱਚ ਆ ਗਿਆ, ਮਨ ਟਿਕਾਓ ਵਿੱਚ ਆ ਗਿਆ। ਮਨ ਕਰਕੇ ਹੁਣ ਤਨ ਕਰਕੇ ਵੀ ਸੁਖੀ ਹਾਂ। ਹੁਣ ਨਾ ਕੋਈ ਰੋਗ ਹੈ, ਨਾ ਕੋਈ ਸੋਗ ਹੈ, ਕੁਝ ਵੀ ਨਹੀਂ ਹੈ, ਕਿਉਂਕਿ ਪ੍ਰਮਾਤਮਾ ਦਾ ਨਾਮ ਜਿਹੜਾ ਹੈ ਦਸਮ ਪਾਤਸ਼ਾਹ ਮਹਾਰਾਜ ਆਪਣੀ ਬਾਣੀ 'ਚ ਬਿਆਨ ਕਰਦੇ ਨੇ। ਰੋਗਣ ਤੇ ਅਰ ਸੋਗਣ ਤੇ ਜਲ ਜੋਗਣ ਤੇ ਬਹੁ ਭਾਂਤ ਵਿਚਾਰ ਹੈ। ਕਹਿੰਦੇ ਉਹ ਤਾਂ ਸਾਰੇ ਪਾਸੋਂ ਬਚਾ ਕੇ ਰੱਖਦਾ ਹੈ, ਅੰਦਰੋਂ ਵੀ ਬਾਹਰੋਂ ਵੀ, ਆਤਮਿਕ ਤੌਰ ਤੇ ਸਰੀਰਕ ਤੌਰ ਤੇ ਉਹ ਆਂਚ ਨਹੀਂ ਆਉਣ ਦਿੰਦਾ। ਇਸ ਕਰਕੇ ਜਦੋਂ ਮੈਂ ਉਹਨੂੰ ਸਿਮਰਿਆ, ਜਦੋਂ ਉਹ ਚੇਤੇ ਆਇਆ, ਜਦੋਂ ਅਸੀਂ ਪ੍ਰਭੂ ਨੂੰ ਜਿਹਨੂੰ ਭੁੱਲੇ ਬੈਠੇ ਸਾਂ, ਜਦੋਂ ਸਾਨੂੰ ਉਹਦਾ ਚੇਤਾ ਆਇਆ, ਕਹਿੰਦੇ ਅੰਦਰ ਆਨੰਦ ਵੱਜ ਗਿਆ, ਮਨ ਸਹਿਜ ਵਿੱਚ ਆ ਗਿਆ, ਮਨ ਟਿਕਾਓ ਵਿੱਚ ਆ ਗਿਆ। ਹੁਣ ਮਨ ਦੇ ਫੁਰਨੇ ਖਤਮ ਹੋ ਗਏ। ਹਾਂਜੀ। ਸੋ ਸੋ ਚਿਤ ਆਇਆ, ਮਨ ਵਸਾਇਆ। ਸੋ ਸੋ ਚਿਤ ਆਇਆ, ਮਨ ਵਸਾਇਆ। ਆਵਗਣ ਸਭ ਵਿਸਾਰੇ, ਜਾਂ ਤਿਸ ਭਾਣਾ ਗੁਣ ਪ੍ਰਗਟ ਹੋਏ। ਸਤਿਗੁਰ ਆਪ ਸਵਾਰੇ। ਸੋ ਸੋ ਚਿਤ ਆਇਆ, ਮਨ ਵਸਾਇਆ। ਅਵਗੁਣ ਸਭ ਵਿਸਾਰੇ। ਜਦੋਂ ਸਾਨੂੰ ਉਹ ਸ਼ੌ ਉਹ ਮਾਲਕ ਉਹ ਪ੍ਰਭੂ ਚੇਤੇ ਆਇਆ, ਕਹਿੰਦੇ ਮਨ ਵਸਾਇਆ। ਮੰਨਿਆ ਨੇ 4 ਪੌੜੀਆਂ ਜਪਜੀ ਸਾਹਿਬ ਵਿੱਚ ਪੜ੍ਹਦੇ ਆ, ਗੁਰੂ ਨਾਨਕ ਸਾਹਿਬ ਸਾਨੂੰ ਚੇਤੇ ਕਰਾਉਂਦੇ ਨੇ। ਕਹਿੰਦੇ ਮੰਨ ਲਿਆ, ਮੰਨ ਲਿਆ, ਉਹਦੇ ਗੁਣਾਂ ਨੂੰ ਕਬੂਲ ਕਰ ਲਿਆ। ਉਹ ਮਿੱਠ ਬੋਲੜਾ ਹੈ, ਉਹ ਨਿਰਭਉ ਹੈ, ਉਹ ਨਿਰਵੈਰ ਹੈ, ਉਹ ਔਗਣ ਨਹੀਂ ਚਿਤਾਰਦਾ, ਉਹ ਬਖਸ਼ਿੰਦ ਹੈ। ਇਹ ਜਦੋਂ ਗੁਣ ਪ੍ਰਗਟ ਹੋਣੇ ਸ਼ੁਰੂ ਹੋਏ, ਕਹਿੰਦੇ ਅਸੀਂ ਉਹਨਾਂ ਗੁਣਾਂ ਨੂੰ ਮੰਨ ਲਿਆ ਕਿ ਪ੍ਰਭੂ ਇਹੋ ਜਿਹਾ ਹੈ, ਤੇ ਅਸੀਂ ਫਿਰ ਆਪਣਾ ਮਾਡਲ ਬਣਾ ਲਿਆ ਉਹਨੂੰ। ਅਸੀਂ ਉਹਦੇ ਵਰਗਾ ਬਣਨਾ ਚਾਹੁੰਦੇ ਸਾਂ ਜਿਹੋ ਜਿਹਾ ਪ੍ਰਭੂ ਆਪ ਹੈ। ਇਸ ਕਰਕੇ ਮਨ ਵਸਾਇਆ, ਅਵਗਣ ਸਭ ਵਿਸਾਰੇ।
ਕਿਉਂਕਿ ਹੁਣ ਔਗੁਣਾਂ ਨੂੰ ਵਿਸਾਰਦੇ ਗਏ। ਜਿਹੜੇ ਸਾਡੇ ਔਗੁਣ ਸਨ, ਮਨ ਨੇ ਆਪਣੇ ਅੰਦਰ ਝਾਤ ਮਾਰਨੀ ਸ਼ੁਰੂ ਕੀਤੀ ਕਿ ਤੂੰ ਜਿਹਨੂੰ ਚੇਤੇ ਕਰਦਾ ਹੈ, ਤੇਰਾ ਵਿਛੋੜਾ ਉਹਦੇ ਨਾਲੋਂ ਕਿਹੜੇ ਕਿਹੜੇ ਕਾਰਨਾਂ ਕਰਕੇ ਹੈ। ਔਗੁਣਾਂ ਕਰਕੇ ਸੀ, ਕਿਉਂਕਿ ਬਿਨ ਗੁਣ ਕੀਤੇ ਭਗਤ ਨਾ ਹੋਏ। ਭਗਤੀ ਤੇ ਉਹਦੇ ਗੁਣਾਂ ਨਾਲ ਹੋਣੀ ਸੀ, ਇਸ ਕਰਕੇ ਗੁਣਾਂ ਦੀ ਸਾਂਝ ਪਾਉਂਦੇ ਗਏ ਤੇ ਔਗੁਣਾਂ ਨੂੰ ਵਿਸਾਰਦਾ ਗਿਆ। ਇਹ ਮਨ ਜਾਂ ਤਿਸ ਭਾਣਾ ਗੁਣ ਪ੍ਰਗਟ ਹੋਏ, ਸਤਿਗੁਰ ਆਪ ਸਵਾਰੇ। ਜਦੋਂ ਉਹਦੇ ਭਾਣੇ ਵਿੱਚ ਰਹਿੰਦਿਆਂ, ਉਹਨੂੰ ਸਿਮਰਦਿਆਂ ਕਹਿੰਦੇ ਫਿਰ ਇਹ ਗੁਣ ਹੌਲੀ ਹੌਲੀ ਪ੍ਰਗਟ ਹੋਣੇ ਸ਼ੁਰੂ ਹੋ ਗਏ। ਇਹ ਸਰੀਰ ਪਹਿਲਾਂ ਔਗੁਣਾਂ ਨਾਲ ਭਰਿਆ ਪਿਆ ਸੀ, ਕਿਉਂਕਿ ਸਤਿਗੁਰ ਗੁਣੀ ਨਿਧਾਨ ਹੈ, ਗੁਣ ਕਰ ਬਖਸ਼ੇ ਔਗਣਿਆਰੇ। ਉਹ ਸਾਡੇ ਔਗੁਣਾਂ ਨੂੰ ਦੂਰ ਕਰਕੇ ਗੁਣਾਂ ਨਾਲ ਭਰਪੂਰ ਕਰਦਾ ਸਤਿਗੁਰੂ। ਇੱਥੇ ਮਹਾਰਾਜ ਕਹਿੰਦੇ ਸਤਿਗੁਰੂ ਨੇ ਕਿਰਪਾ ਕੀਤੀ, ਬਖਸ਼ਿਸ਼ ਕੀਤੀ, ਗੁਣ ਪ੍ਰਗਟ ਹੋਏ, ਸਤਿਗੁਰ ਆਪ ਸਵਾਰੇ। ਸਤਿਗੁਰੂ ਨੇ ਸਾਡਾ ਜੀਵਨ ਨੂੰ ਆਪ ਸਵਾਰ ਦਿੱਤਾ, ਕਿਰਪਾ ਕੀਤੀ, ਕਹਿੰਦੇ ਗੁਣਾਂ ਨਾਲ ਭਰਪੂਰ ਕਰ ਦਿੱਤਾ। ਹਾਂਜੀ। ਸੇ ਜਨ ਪਰਵਾਨ ਹੋਏ ਜਿਨੀ ਇੱਕ ਨਾਮ ਦਿੜਿਆ, ਸੇ ਜਨ ਪਰਵਾਨ ਹੋਏ ਜਿਨੀ ਇੱਕ ਨਾਮ ਦਿੜਿਆ, ਦੂਤੀਆ ਭਾਉ ਚੁਕਾਇਆ, ਇਉਂ ਕਹੈ ਨਾਨਕ ਤਨ ਸੁਵੇਲਾ, ਧੰਨ ਸੁਵੇਲਾ। ਜਿਤ ਮੈਂ ਸਤਿਗੁਰ ਮਿਲਿਆ ਸੋ ਸੌ ਚਿਤ ਆਇਆ, ਜਿਤ ਮੈਂ ਸਤਿਗੁਰ ਮਿਲਿਆ ਸੋ ਸੌ ਚਿਤ ਆਇਆ। ਸੇ ਜਨ ਪਰਵਾਨ ਹੋਏ ਜਿਨੀ ਇੱਕ ਨਾਮ ਦਿੜਿਆ, ਦੁਤੀਆ ਭਾਉ ਚੁਕਾਇਆ। ਇੱਥੇ ਹੁਣ ਬਾਬਾ ਅਮਰਦਾਸ ਜੀ ਮਾ ਕਹਿੰਦੇ ਸੇ ਜਨ, ਉਹ ਸੇਵਕ ਪ੍ਰਭੂ ਦੇ ਦਰ ਤੇ ਪ੍ਰਵਾਨ ਨੇ, ਕਬੂਲ ਹੋ ਗਏ, ਜਿਨ੍ਹਾਂ ਨੇ ਇੱਕ ਨਾਮ ਨੂੰ ਦ੍ਰਿੜ ਕਰ ਲਿਆ। ਦ੍ਰਿੜਨਾ ਹੁੰਦਾ ਪੱਕਾ ਕਰ ਲੈਣਾ। ਦੁਤੀਆ ਭਾਉ ਚੁਕਾਇਆ। ਦੁਤੀਆ ਭਾਉ ਦ્વੈਤ ਭਾਵ। ਹੁਣ ਅੰਦਰ ਦੂਜੀ ਗੱਲ ਹੈ ਹੀ ਨਹੀਂ ਕੋਈ, ਕਿਉਂਕਿ ਬਾਣੀ ਇੱਕ ਤੋਂ ਹੀ ਸ਼ੁਰੂ ਹੁੰਦੀ ਹੈ, ਇੱਕ ਓੰਕਾਰ। ਸਾਰਾ ਗੁਰੂ ਗ੍ਰੰਥ ਸਾਹਿਬ, ਸਾਰੀ ਬਾਣੀ ਇੱਕ ਓੰਕਾਰ ਦੀ ਹੀ ਵਿਆਖਿਆ ਕਰ ਰਹੀ ਹੈ। ਇੱਥੇ ਮਗਰ ਜਦੋਂ ਉਸ ਇੱਕ ਨਾਲ ਜਾ ਜੁੜਿਆ, ਇਉਂ ਕਹਿ ਨਾਨਕ ਧੰਨ ਸੋ ਵੇਲਾ, ਜਿਤ ਮੈਂ ਸਤਿਗੁਰ ਮਿਲਿਆ ਸੋ ਸੌ ਚਿਤ ਆਇਆ। ਇਉਂ ਕਹਿੰਦੇ ਨੇ ਬਾਬਾ ਅਮਰਦਾਸ ਜੀ, ਕਹਿੰਦੇ ਉਹ ਵੇਲਾ, ਉਹ ਸਮਾਂ ਧੰਤਰ ਯੋਗ ਹੈ ਜਦੋਂ ਅਸੀਂ ਸਤਿਗੁਰੂ ਨੂੰ ਆਣ ਮਿਲੇ। ਉਹ ਵੇਲਾ ਸਾਡੇ ਲਈ ਸਭ ਤੋਂ ਵਧੀਆ ਵੇਲਾ ਹੈ ਦੁਨੀਆ ਵਿੱਚ ਜੀ। ਆਪਾਂ ਕਹਿੰਦੇ ਵੀ ਸਾਡਾ ਉਹ ਸਮਾਂ ਸਭ ਤੋਂ ਵਧੀਆ ਚੰਗਾ ਸਮਾਂ ਸੀ ਜੀ। ਆਮ ਕਰਕੇ ਅਸੀਂ ਕਹਿੰਦੇ ਸਾਡਾ ਬਚਪਨ ਬੜਾ ਵਧੀਆ ਸੀ ਜੀ, ਆਹ ਸਮਾਂ ਸਾਡਾ ਬੜਾ ਵਧੀਆ ਸੀ ਜੀ। ਪੰਡਤਾਂ ਕੋਲੇ ਜਾਈਦਾ, ਹੋਰਾਂ ਨੂੰ ਪੁੱਛੀਦਾ, ਉਹ ਕਹਿੰਦੇ ਜੀ ਆਹ ਸਮਾਂ ਤੁਹਾਡਾ ਚੰਗਾ ਹੈ, ਆਹ ਸਮਾਂ ਤੁਹਾਡਾ ਮਾੜਾ ਹੈ। ਤੇ ਮੈਂ ਕਿਹਾ ਨਹੀਂ, ਥਿੱਤੀ ਵਾਰੀ ਸੇਵੈ ਮੁਗਧ ਗਵਾਰ। ਸਾਡਾ ਥਿੱਤ, ਸਾਡਾ ਸਮਾਂ, ਸਾਡਾ ਟਾਈਮ ਉਹ ਵਧੀਆ ਹੈ ਜਦੋਂ ਅਸੀਂ ਸਤਿਗੁਰੂ ਨੂੰ ਮਿਲੇ ਆ ਕੇ। ਤੇ ਸਤਿਗੁਰੂ ਨੇ ਕਿਰਪਾ ਕੀਤੀ, ਬਖਸ਼ਿਸ਼ ਕੀਤੀ, ਸਾਨੂੰ ਉਸ ਪ੍ਰਭੂ ਨੂੰ ਚੇਤੇ ਦਾ ਕਰਾ ਦਿੱਤਾ, ਉਸ ਪ੍ਰਭੂ ਦਾ ਚੇਤਾ ਦਵਾ ਦਿੱਤਾ। ਇਸ ਕਰਕੇ ਸੋ ਉਹ ਸਮਾਂ, ਉਹ ਵੇਲਾ ਜਦੋਂ ਮੈਂ ਸਤਿਗੁਰੂ ਨੂੰ ਮਿਲਿਆ, ਕਹਿੰਦੇ ਉਹ ਸਭ ਤੋਂ ਵਧੀਆ ਜਦੋਂ ਸਾਨੂੰ ਉਹ ਮਾਲਕ, ਉਹ ਪ੍ਰਭੂ ਸਾਡਾ ਸ਼ੌਹ ਚੇਤੇ ਆ ਗਿਆ, ਜਿਹਨੂੰ ਅਸੀਂ ਵਿਸਰੇ ਹੋਏ ਸਾਂ, ਸਾਨੂੰ ਭੁੱਲੇ ਬੈਠੇ ਹਾਂ, ਜਿਹਨੂੰ ਅਸੀਂ, ਉਹ ਸਮਾਂ ਹੁਣ ਸਾਡੇ ਲਈ ਸਭ ਤੋਂ ਵਧੀਆ ਸਮਾਂ ਹੈ। ਹਾਂਜੀ। ਇੱਕ ਜੰਤ ਭਰਮ ਭੁੱਲੇ, ਇੱਕ ਜੰਤ ਭਰਮ ਭੁੱਲੇ, ਤਿੰਨ ਸੈ ਆਪ ਭੁਲਾਏ, ਤਿੰਨ ਸੈ ਆਪ ਭੁਲਾਏ, ਦੂਜੈ ਭਾਏ ਫਿਰੈ ਹਉਮੈ, ਭਾਏ ਫਿਰੈ, ਦੂਜੈ ਭਾਏ ਫਿਰੈ, ਦੂਜੈ ਭਾਏ ਫਿਰੈ, ਹਉਮੈ ਕਰਮ ਕਮਾਏ, ਇੱਕ ਜੰਤ ਭਰਮ ਭੁੱਲੇ, ਤਿੰਨ ਸੈ ਆਪ ਭੁਲਾਏ। ਹੁਣ ਮਹਾਰਾਜ 8 ਬੰਦ ਪੂਰੇ ਕਰਨ ਤੋਂ ਬਾਅਦ 9ਵਾਂ ਗੱਲ ਕਰਦੇ ਨੇ। ਇੱਕ ਕੱਕੇ ਨੂੰ ਸਿਹਾਰੀ ਹੈ, ਇਹ ਬਹੁਵਚਨ ਹੈ। ਇੱਕ ਉਹ ਜੀਵ ਨੇ ਜਿਹੜੇ ਕਿ ਉਸ ਪ੍ਰਮਾਤਮਾ ਨੂੰ ਭੁੱਲੇ, ਭਰਮਾਂ ਵਿੱਚ ਪਏ ਹੋਏ ਨੇ ਅਜੇ ਵੀ, ਪਰ ਮਾਰੇ ਕਹਿੰਦੇ ਉਸ ਪ੍ਰਭੂ ਨੇ ਆਪ ਹੀ ਭੁਲਾ ਦਿੱਤੇ। ਕਿਉਂਕਿ ਇਹ ਇੱਕ ਸਿਧਾਂਤ ਹੈ, ਜਿਹਨੂੰ ਅਸੀਂ ਚੇਤੇ ਕਰਦੇ ਹਾਂ ਉਹ ਵੀ ਸਾਨੂੰ ਚੇਤੇ ਕਰਦਾ ਹੈ, ਜਿਹਨੂੰ ਅਸੀਂ ਭੁਲਾ ਦਿੰਦੇ ਹਾਂ ਉਹ ਵੀ ਭੁਲਾ ਦਿੰਦਾ ਹੈ। ਜੇ ਅਸੀਂ ਸਤਿਗੁਰੂ ਵੱਲ ਇੱਕ ਕਦਮ ਚੁੱਕਦੇ ਹਾਂ ਨਾ, ਤੇ ਮਹਾਰਾਜ ਕਹਿੰਦੇ ਸਤਿਗੁਰ ਕੋਟ ਪੈਂਡਾ ਆਗਾ ਹੋਏ ਲੇਤ ਹੈ, ਉਹ ਵੀ ਕਰਦਾ ਹੈ। ਜੇ ਉਹ ਭੁਲਾ ਬੈਠੇ ਉਹਨੂੰ ਵੀ ਭੁਲਾ ਦਿੱਤਾ,
ਵੀ ਚੰਗਾ ਫਿਰ ਜਾ ਤੁਰ ਫਿਰ ਲਿਆ, ਜਦੋਂ ਤੈਨੂੰ ਚੇਤਾ ਆਏਗਾ ਤਾਂ ਵੇਖੀ ਜਾਏਗੀ। ਕਿਉਂਕਿ ਕਈ ਵਾਰੀ ਹਉਮੈ ਵਿੱਚ, ਹੰਕਾਰ ਵਿੱਚ, ਸੰਸਾਰ ਵਿੱਚ ਵੀ ਅਸੀਂ ਵੇਖਦੇ ਹਾਂ ਕਿ ਜਦੋਂ ਬੰਦੇ ਕੋਲੇ 4 ਪੈਸੇ ਆ ਜਾਣ, ਕੋਈ ਅਹੁਦਾ ਮਿਲ ਜਾਏ, ਉਹ ਆਪਣੇ ਭੈਣ ਭਰਾਵਾਂ ਨੂੰ, ਆਪਣੇ ਰਿਸ਼ਤੇਦਾਰਾਂ ਨੂੰ, ਐਵਨ ਕਿ ਆਪਣੇ ਮਾਤਾ ਪਿਤਾ ਨੂੰ ਭੁੱਲ ਭੁਲਾ ਜਾਂਦਾ ਬੰਦਾ ਵੀ ਹੁਣ ਮੈਂ ਇਹਨਾਂ ਤੋਂ ਕੀ ਲੈਣਾ। ਉਹ ਤੇ ਖੈਰ ਫਿਰ ਬੜੀ ਦੂਰ ਦੀ ਗੱਲ ਹੈ, ਪਰ ਫਿਰ ਵੀ ਇਸ ਸੰਸਾਰ ਵਿੱਚ ਜਦੋਂ ਬੰਦੇ ਕੋਲੇ ਥੋੜੀ ਤਾਕਤ ਆਈ, ਉਹ ਕਹਿੰਦਾ ਜੀ ਰੱਬ ਦਿਖਾਓ ਕਿੱਥੇ ਹੈ। ਸਭ ਤੋਂ ਪਹਿਲਾਂ ਉਹ ਇਹ ਕਹਿੰਦਾ ਕਿ ਮੈਂ ਹੁਣ ਬੁੱਧੀ ਮੇਰੀ ਤੇਜ਼ ਹੋ ਗਈ ਹੈ, ਮੈਂ ਸਮਝਦਾ, ਹਰ ਗੱਲ ਦੀ ਦਲੀਲ ਨਾਲ ਗੱਲ ਕਰਦਾ, ਮੈਨੂੰ ਦਲੀਲ ਨਾਲ ਗੱਲ ਕਰੋ। ਕਿ ਕੋਈ ਚਤਰਾਈਆਂ ਤੇ ਦਲੀਲ 'ਚ ਬੜਾ ਫਰਕ ਹੈ। ਇੱਕ ਹੁੰਦੀ ਦਲੀਲ, ਇੱਕ ਬਹਿਸ ਹੈ, ਇੱਕ ਵਿਚਾਰ ਹੈ। ਸਿਆਣੇ ਬੰਦੇ ਇਹ ਗੱਲ ਕਹਿੰਦੇ ਨੇ, ਵਿਦਵਾਨ ਲੋਕ, ਕਿ ਬਹਿਸ ਕਰਦਿਆਂ ਹੋਇਆਂ ਤੁਸੀਂ ਆਪਣੇ ਮਿੱਤਰਾਂ ਨੂੰ ਦੁਸ਼ਮਣ ਬਣਾ ਲੈਂਦੇ ਹੋ, ਪਰ ਵਿਚਾਰ ਕਰਦਿਆਂ ਹੋਇਆਂ ਤੁਸੀਂ ਦੁਸ਼ਮਣ ਨੂੰ ਵੀ ਮਿੱਤਰ ਬਣਾ ਲੈਂਦੇ ਹੋ। ਬਸ ਇਹੀ ਫਰਕ ਹੈ। ਸਾਨੂੰ ਮਹਾਰਾਜ ਨੇ ਵਿਚਾਰ ਕਰਨ ਲਈ ਕਿਹਾ। ਸਿੱਖੀ ਸਿੱਖਿਆ ਗੁਰ ਵਿਚਾਰ, ਨਦਰੀ ਕਰਮ ਲੰਘਾਵੇ ਪਾਰ। ਕਹਿੰਦੇ ਇਸ ਕਰਕੇ ਉਹ ਪਾਰ ਲੰਘਾ ਦਿੰਦਾ, ਆਪ ਕਿਰਪਾ ਕਰਦਾ ਹੈ। ਇੱਥੇ ਮੈਂ ਇੱਕ ਜੰਤ ਭਰਮ ਭੁੱਲੇ, ਤਿਨ ਸ਼ਾਹ ਆਪ ਭੁਲਾਏ। ਉਸ ਪ੍ਰਭੂ ਨੇ ਆਪ ਹੀ ਭੁਲਾ ਦਿੱਤੇ। ਇੱਕ ਤੇ ਉਹ ਲੋਕ ਨੇ ਜਿਹੜੇ ਉਸ ਨੂੰ ਭੁੱਲੇ ਬੈਠੇ ਨੇ, ਭਰਮਾਂ ਵਿੱਚ ਪਏ ਹੋਏ ਨੇ। ਦੂਜਾ ਭਾਏ ਫਿਰੈ ਹਉਮੈ ਕਰਮ ਕਮਾਏ। ਉਹ ਦੂਜੇ ਭਾਵ 'ਚ ਤੁਰੇ ਫਿਰਦੇ ਨੇ ਕਿ ਮੇਰੇ ਕੋਲ ਪੈਸਾ ਹੈ, ਮੇਰੇ ਕੋਲ ਜ਼ਮੀਨ ਹੈ, ਮੇਰੇ ਕੋਲ ਧਨ ਹੈ, ਮੇਰੇ ਸਰੀਰ ਵਿੱਚ ਬਲ ਹੈ, ਮੇਰਾ ਅਹੁਦਾ ਬੜਾ ਵੱਡਾ ਹੈ। ਇਸੇ ਗੱਲ ਦਾ ਹੰਕਾਰ ਹੈ ਤੇ ਇਸ ਕਰਕੇ ਹਉਮੈ ਵਿੱਚ ਹੀ ਕਰਮ ਕਮਾ ਰਹੇ ਨੇ। ਜਿਹੜਾ ਕੰਮ ਕਰਦੇ ਨੇ ਹਉਮੈ ਵਿੱਚ ਹੀ ਹੈ। ਜੇ ਧਾਰਮਿਕ ਪਾਸੇ ਵਾਲੇ ਵੀ ਹੈਗੇ ਨੇ, ਸਪਿਰਚੁਅਲ ਕੰਮ ਵੀ ਕਰਦੇ ਨੇ, ਤਾਂ ਵੀ ਉਹਦੇ ਵਿੱਚ ਵੀ ਹਉਮੈ ਹੈ ਕਿ ਮੈਂ ਜਾਣਦਾ, ਮੈਂ ਸਭ ਤੋਂ ਵੱਡਾ ਗਿਆਨਵਾਨ, ਮੈਨੂੰ ਜ਼ਿਆਦਾ ਪਤਾ। ਕਹਿੰਦੇ ਬਸ ਇਸੇ ਕਰਕੇ ਹੀ ਰਗੜੇ ਗਏ। ਇਸ ਹਉਮੈ ਵਿੱਚ ਜੋ ਕਰਮ ਵੀ ਕਰਦੇ ਨੇ ਹਉਮੈ ਵਿੱਚ ਹੀ। ਹਾਂਜੀ। ਤਿੰਨ ਸ਼ੈ ਆਪ ਭੁਲਾਏ ਕੁਮਾਰਗ ਪਾਏ। ਤਿੰਨ ਸ਼ੈ ਆਪ ਭੁਲਾਏ ਕੁਮਾਰਗ ਪਾਏ। ਤਿੰਨ ਕਾ ਕਿਛ ਨਾ ਵਸਾਈ। ਤਿੰਨ ਕਾ ਕਿਛ ਨਾ ਵਸਾਈ। ਤਿੰਨ ਕੀ ਗਤ ਅਵਗਤ ਹੈ ਤੂੰ ਹੈ। ਤਿੰਨ ਕੀ ਅਵਗਤ ਤੂੰ ਹੈ ਜਾਣੈ। ਤਿੰਨ ਕੀ ਗਤ ਅਵਗਤ ਤੂੰ ਹੈ ਜਾਣ ਹੈ। ਜਿਨ ਇਹ ਰਚਨ ਰਚਾਈ। ਤਿਨ ਸ਼ੈ ਆਪ ਭੁਲਾਏ ਕੁਮਾਰਗ ਪਾਏ। ਤਿਨ ਕਾ ਕਿਛ ਨਾ ਵਸਾਈ। ਹੁਣ ਬਾਰੇ ਕਹਿੰਦੇ ਮਨਮੁਖ ਨੇ, ਹੰਕਾਰੀ ਲੋਕ ਨੇ, ਤਿਨ ਸ਼ੈ ਆਪ ਭੁਲਾਏ। ਉਸ ਮਾਲਕ ਨੇ ਫਿਰ ਆਪ ਭੁਲਾ ਦਿੱਤਾ ਉਹਨਾਂ ਨੂੰ। ਰੱਬ ਨਾ ਡਾਂਗੀ ਮਾਰਦਾ ਦੇ ਅਵੱਲੀ ਮੱਤ, ਮੁਹਾਵਰਾ ਹੈ ਕਿ ਰੱਬ ਕੋਈ ਕਹਿੰਦਾ ਨਹੀਂ, ਉਹ ਤੇ ਮਾਤੀ ਕਮਾਉਣੀ। ਕਹਿੰਦੇ ਕੁਮਾਰਗ ਪਾ ਦਿੱਤੇ, ਉਲਟੇ ਮਾਰਗ ਪਾ ਦਿੱਤਾ, ਪੁੱਠੇ ਪਾਸੇ ਤੋੜ ਦਿੱਤੇ, ਪੁੱਠੇ ਪਾਸੇ ਨੂੰ। ਤਿਨ ਕਾ ਕਿਛ ਨਾ ਵਸਾਈ। ਹੁਣ ਉਹਨਾਂ ਦੇ ਵੱਸ ਕੁਝ ਵੀ ਨਹੀਂ, ਉਹਨਾਂ ਦੇ ਹੱਥ ਪੱਲੇ ਕੁਝ ਵੀ ਨਹੀਂ, ਕਿਉਂਕਿ ਰਾਹ ਹੀ ਉਲਟਾ ਫੜ ਲਿਆ। ਤਿਨ ਕੀ ਗਤ ਅਵਗਤ ਤੂੰ ਹੈ ਜਾਣੈ। ਜਿਨ ਇਹ ਰਚਨ ਰਚਾਈ। ਉਹਨਾਂ ਦੀ ਅਵਸਥਾ ਚੰਗੀ ਜਾਂ ਮਾੜੀ, ਉਹਨਾਂ ਦਾ ਆਚਰਣ ਚੰਗਾ ਹੈ, ਉੱਪਰ ਡਿੱਗਦਾ ਜਾਂ ਥੱਲੇ ਆਉਂਦਾ, ਕਹਿੰਦੇ ਇਹ ਤੂੰ ਹੀ ਜਾਣਦਾ ਹੈ, ਕਿਉਂਕਿ ਇਹ ਰਚਨਾ ਤੂੰ ਆਪ ਰਚਾਈ ਹੈ। ਇਹ ਰਚਨਾ ਵਿੱਚ ਚੰਗੇ ਤੇ ਮਾੜੇ, ਜਦੋਂ ਸੰਸਾਰ ਦੀ ਰਚਨਾ ਬਣੀ ਹੈ ਤਾਂ ਦੁਨੀਆ ਵਿੱਚ, ਦੁਨੀਆ ਦਾ ਮਤਲਬ ਵੀ ਦੋ ਨਹੀਂ ਹੈ, ਦੋ ਪਾਸੇ। ਹਰ ਚੀਜ਼ ਦੇ ਦੋ ਪਾਸੇ ਨੇ। ਜੇ ਚੰਗਿਆਈ ਹੈ ਤਾਂ ਬੁਰਾਈ ਵੀ ਹੈ, ਹਨੇਰਾ ਹੈ ਤਾਂ ਚਾਨਣ ਵੀ ਹੈ, ਜੇ ਚਿੱਟਾ ਪਾਸਾ ਹੈ ਤਾਂ ਕਾਲਾ ਵੀ ਹੈ, ਅਛਾਈ ਹੈ ਤਾਂ ਬੁਰਾਈ ਵੀ ਹੈ। ਇਸ ਕਰਕੇ ਹਰ ਚੀਜ਼ ਨੂੰ ਪੈਦਾ ਕੀਤਾ ਤੂੰ ਉਹਦੇ 'ਚ। ਮਤਲਬ ਕਹਿੰਦੇ ਇਹ ਰਚਨਾ ਤੂੰ ਆਪ ਰਚਾਈ ਹੈ, ਇਹਦੇ ਬਾਰੇ ਤੂੰ ਹੀ ਜਾਣਦਾ ਹੈ। ਹੋਰ ਕੋਈ ਵੀ ਮਨੁੱਖ ਇਸ ਬਾਰੇ ਸਮਝ ਨਹੀਂ ਸਕਿਆ, ਨਾ ਹੀ ਕੋਈ ਦੱਸ ਸਕਿਆ ਅਜੇ ਤੱਕ। ਹਾਂਜੀ। ਹੁਕਮ ਤੇਰਾ ਖਰਾ ਭਾਰਾ। ਹੁਕਮ ਤੇਰਾ ਖਰਾ ਭਾਰਾ। ਗੁਰਮੁਖ ਕਿਸੈ ਬੁਝਾਏ। ਕਿਸੈ ਬੁਝਾਏ। ਇਉ ਕਹੈ ਨਾਨਕ ਕਿਆ ਜੰਤ ਵਿਚਾਰੇ। ਇਉ ਕਹੈ ਨਾਨਕ ਕਿਆ ਜੰਤ ਵਿਚਾਰੇ। ਜਾਂ ਤੁਧ ਭਰਮ ਭੁਲਾਏ। ਹੁਕਮ ਤੇਰਾ ਖਰਾ ਭਾਰਾ। ਗੁਰਮੁਖ ਕਿਸੈ ਬੁਝਾਏ। ਇਉ ਕਹੈ ਨਾਨਕ ਕਿਆ ਜੰਤ ਵਿਚਾਰੇ।
ਜਾਂ ਤੁਧ ਆਪ ਭੁਲਾਏ। ਹੁਣ ਮਾਰੇ ਕਹਿੰਦੇ ਤੇਰਾ ਜਿਹੜਾ ਹੁਕਮ ਹੈ ਔਖਾ ਹੈ, ਕਿਉਂਕਿ ਹੁਕਮ ਮੰਨਣਾ ਹੀ ਤੇ ਔਖਾ ਲੱਗਦਾ ਸਾਨੂੰ, ਉਹਦੇ ਹੁਕਮ ਵਿੱਚ ਰਹਿਣਾ ਹੀ ਤੇ ਔਖਾ ਹੈ। ਹੁਕਮ ਨਾਲ ਹੀ ਸਾਡੀ ਹਉਮੈ ਟੁੱਟਦੀ ਹੈ। ਹੁਕਮ ਹੈ ਅੰਦਰ ਸਭ ਕੋ, ਬਾਹਰ ਹੁਕਮ ਨਾ ਕੋਏ। ਨਾਨਕ ਹੁਕਮ ਹੈ ਜੇ ਬੁਝੈ, ਤਾਂ ਹਉਮੈ ਕਹੇ ਨਾ ਕੋਈ। ਜੇ ਹੁਕਮ ਨੂੰ ਬੁਝ ਲਿਆ, ਹੁਕਮ ਹੈ ਬੁਝੈ ਤਾਂ ਦਰ ਸੂਝੈ, ਇਹੀ ਤੇ ਔਖਾ ਕੰਮ ਹੈ। ਮੈਂ ਕਹਿੰਦਾ ਤਾਂ ਹੁਕਮ ਤੇਰਾ ਖਰਾ ਭਾਰਾ। ਭਾਰਾ ਮੀਨ ਬੜਾ ਔਖਾ ਹੈ, ਬੜਾ ਔਖਾ ਹੈ ਹੁਕਮ ਮੰਨਣਾ। ਕਹਿ ਦਿੰਨੇ ਅਸੀਂ ਹੁਕਮ ਮੰਨਣਾ ਬੜਾ ਔਖਾ ਹੈ, ਪਰ ਮਗਨੇ ਗੁਰਮੁਖ ਕਿਸੈ ਬੁਝਾਏ। ਗੁਰੂ ਵਾਲਾ ਬਣ ਕੇ, ਗੁਰਮੁਖ ਬਣ ਕੇ ਤੂੰ ਕਿਸੇ ਨੂੰ ਇਹ ਚੀਜ਼ ਸਮਝਾ ਵੀ ਦੇਣਾ, ਕਿਰਪਾ ਕਰਦਾ ਉਹਨਾਂ ਤੇ, ਉਹਨਾਂ ਨੂੰ ਸਮਝਾ ਗਈ ਇਸ ਗੱਲ ਦੀ। ਉਹ ਤੇਰੇ ਹੁਕਮ ਵਿੱਚ ਹੀ ਰਹਿੰਦੇ ਨੇ, ਤੇਰੀ ਰਜ਼ਾ ਵਿੱਚ ਹੀ ਰਹਿੰਦੇ ਨੇ ਹਮੇਸ਼ਾ। ਇਉਂ ਕਹੈ ਨਾਨਕ ਕਿਆ ਜੰਤ ਵਿਚਾਰੇ, ਜਾਂ ਤੁਧ ਭਰਮ ਭੁਲਾਏ। ਤੇ ਤੀਜੇ ਨਾਨਕ ਪਾਤਸ਼ਾਹ ਮਹਾਰਾਜ ਕਹਿੰਦੇ ਇਹਨਾਂ ਜਨਤਾ ਦੇ ਵਿਚਾਰਿਆਂ ਵਿੱਚ ਕੀ ਵਸ ਹੈ, ਕਿਉਂਕਿ ਤੂੰ ਆਪ ਹੀ ਭਰਮ ਪਾ ਕੇ ਇਹਨਾਂ ਨੂੰ ਭੁਲਾ ਦਿੱਤਾ। ਥੋੜਾ ਜਿਹਾ ਉਹ ਤੁਰੇ ਸੀ, ਥੋੜਾ ਜਿਹਾ ਤੂੰ ਵਿਸਾਰ ਦਿੱਤਾ। ਇਸ ਕਰਕੇ ਭਰਮ ਪੈ ਕੇ, ਭੁਲੇਖਾ ਖਾ ਕੇ ਉਹ ਸੱਚ ਨੂੰ ਝੂਠ ਤੇ ਝੂਠ ਨੂੰ ਸੱਚ ਜਾਣਨ ਲੱਗ ਪਏ। ਇਸ ਕਰਕੇ ਇਹਨਾਂ ਜਨਤਾ ਦੇ ਵੱਸ ਵੀ ਕੁਝ ਨਹੀਂ, ਕਿਉਂਕਿ ਉਹ ਆਪਣੀ ਮੈਂ ਮੇਰੀ ਵਿੱਚ ਨੇ, ਆਪਣੇ ਹਉਮੈ ਵਿੱਚ ਨੇ। ਜਦ ਤੱਕ ਹਉਮੈ ਵਿੱਚ ਰਹਿਣਗੇ ਤਦ ਤੱਕ ਭਰਮਾਂ 'ਚ ਰਹਿਣਗੇ। ਜਦੋਂ ਤੂੰ ਕਿਰਪਾ ਕਰਦਾ ਹੈ, ਸਤਿਗੁਰੂ ਨੂੰ ਮਿਲ ਦਿੰਦਾ ਉਹਨਾਂ ਨੂੰ ਲਿਆ ਕੇ, ਤੇ ਉਹਨਾਂ ਦਾ ਭਰਮ ਭੁਲੇਖਾ ਟੁੱਟਦਾ ਹੈ ਗਿਆਨ ਨਾਲ। ਉਹ ਅਗਿਆਨਤਾ ਦਾ ਹਨੇਰਾ ਦੂਰ ਹੁੰਦਾ ਹੈ, ਉਦੋਂ ਸੋਝੀ ਆਉਂਦੀ, ਉਦੋਂ ਤੂੰ ਆਪਣੇ ਨਾਲ ਜੋੜ ਲੈਂਦਾ। ਪਰ ਜਨਤਾ ਦੇ ਵੱਸ ਵਿੱਚ ਕੁਝ ਨਹੀਂ ਹੈ, ਕਿਉਂਕਿ ਜੰਤਰ ਨੂੰ ਤੇ ਜਿਵੇਂ ਕੋਈ ਵਜਾਉਂਦਾ ਉਹ ਤੇ ਉਸ ਨੇ ਵਜੇਗਾ। ਅਸੀਂ ਜੰਤਰ ਹਾਂ, ਅਸੀਂ ਜੰਤਰ ਹੈ। ਜਦੋਂ ਅਸੀਂ ਆਪਣੇ ਆਪ ਨੂੰ ਉਸ ਮਾਲਕ ਦੇ ਹਵਾਲੇ ਕਰ ਦਿੱਤਾ, ਫਿਰ ਜਿਵੇਂ ਉਹ ਵਜਾਉਂਦਾ, ਜਿਵੇਂ ਉਹ ਚਲਾਏਗਾ ਉਸ ਤਰ੍ਹਾਂ ਚੱਲਣਗੇ। ਜਦ ਤੱਕ ਮੈਂ ਨਾਲ ਸੀਗਾ ਫਿਰ ਆਪਣੇ ਹਿਸਾਬ ਨਾਲ ਚੱਲਦੇ ਸੀ, ਤੇ ਆਪਣੇ ਹਿਸਾਬ ਨਾਲ ਜਦੋਂ ਚੱਲਦੇ ਸੀ ਉਦੋਂ ਹਉਮੈ ਵਿੱਚ ਸਾਂ, ਉਦੋਂ ਹੰਕਾਰ ਵਿੱਚ ਸਾਂ ਕਿ ਮੈਂ ਤੇ ਤੂੰ ਦਾ ਰੌਲਾ ਹੈ। ਜਦੋਂ ਮੈਂ ਗਈ ਉਦੋਂ ਤੂੰ ਆ ਗਿਆ, ਜਦੋਂ ਤੂੰ ਆ ਗਿਆ ਤੇ ਮੈਂ ਨਹੀਂ ਰਹੀ। ਤੋਹੀ ਮੋਹੀ ਮੋਹੀ ਤੋਹੀ ਅੰਤਰ ਕੈਸਾ, ਉਦੋਂ ਇਹ ਅਵਸਥਾ ਤੇ ਪਹੁੰਚਿਆ ਬੰਦਾ। ਹਾਂਜੀ। ਸੱਚੇ ਮੇਰੇ ਸਾਹਿਬਾ, ਸੱਚੇ ਮੇਰੇ ਸਾਹਿਬਾ, ਸੱਚੀ ਤੇਰੀ ਵਡਿਆਈ, ਸੱਚੀ ਤੇਰੀ ਵਡਿਆਈ। ਤੂੰ ਪਾਰ ਬ੍ਰਹਮ ਬੇਅੰਤ ਸੁਆਮੀ, ਤੂੰ ਪਾਰ ਬ੍ਰਹਮ ਬੇਅੰਤ ਸੁਆਮੀ। ਤੇਰੀ ਕੁਦਰਤ ਕਹਿਣ ਨਾ ਜਾਈ, ਤੇਰੀ ਕੁਦਰਤ ਕਹਿਣ ਨਾ ਜਾਈ। ਸੋ ਪਾਤਸ਼ਾਹ ਦਸਵੇਂ ਬੰਦ ਵਿੱਚ ਫਿਰ ਅਖੀਰ ਵਿੱਚ ਫੈਸਲਾ ਕਰਦੇ ਨੇ, ਸਾਨੂੰ ਉਪਦੇਸ਼ ਦਿੰਦੇ ਨੇ ਮਹਾਰਾਜ ਉਸ ਪ੍ਰਮਾਤਮਾ ਦੀ ਸਿਫਤ ਸਲਾਹ ਕਰਦੇ ਹੋਏ। ਸੱਚੇ ਮੇਰੇ ਸਾਹਿਬਾ, ਸੱਚੀ ਤੇਰੀ ਵਡਿਆਈ। ਤੂੰ ਪਾਰ ਬ੍ਰਹਮ ਬੇਅੰਤ ਸੁਆਮੀ, ਤੇਰੀ ਕੁਦਰਤ ਕਹਿਣ ਨਾ ਜਾਈ। ਐ ਮੇਰੇ ਸਾਹਿਬ, ਐ ਮੇਰੇ ਪ੍ਰਭੂ, ਤੂੰ ਸੱਚਾ ਹੈ। ਸੱਚੇ ਮੇਰੇ ਸਾਹਿਬਾ, ਸੱਚੀ ਤੇਰੀ ਵਡਿਆਈ। ਤੇਰੀ ਵਡਿਆਈ ਵੀ ਤਾਂ ਸੱਚੀ ਹੈ ਨਾ, ਕਿਉਂਕਿ ਦੁਨੀਆ ਦੀਆਂ ਜਿਹੜੀਆਂ ਵਡਿਆਈਆਂ ਨੇ ਉਹ ਥੋੜੇ ਸਮੇਂ ਦੀਆਂ, ਤੇਰੀ ਵਡਿਆਈ ਸੱਚ ਹੈ, ਹਮੇਸ਼ਾ ਰਹਿਣ ਵਾਲੀਆਂ ਨੇ। ਤੂੰ ਪਾਰ ਬ੍ਰਹਮ ਬੇਅੰਤ ਸੁਆਮੀ, ਤੂੰ ਇਸ ਬ੍ਰਹਮ ਤੋਂ ਵੀ ਪਰੇ, ਕਿਉਂਕਿ ਜੋ ਕੁਝ ਨਜ਼ਰ ਆਉਂਦਾ ਹੈ ਉੱਥੇ ਤੱਕ ਸਾਡੀ ਬੁੱਧੀ ਜਾਂਦੀ ਹੈ, ਪਰ ਤੂੰ ਤੇ ਇਸ ਬ੍ਰਹਮ ਤੋਂ ਵੀ ਪਰੇ। ਤੂੰ ਤੇ ਬੇਅੰਤ ਹੈ, ਤੇਰਾ ਅੰਤ ਹੀ ਨਹੀਂ ਕੋਈ ਪਾ ਸਕਿਆ। ਤੂੰ ਸੁਆਮੀ ਹੈ, ਸਾਰੀ ਸ੍ਰਿਸ਼ਟੀ ਦਾ ਮਾਲਕ ਹੈ। ਤੇਰੀ ਕੁਦਰਤ ਕਹਿਣ ਨਾ ਜਾਈ। ਤੇਰੇ ਇਸ ਕੁਦਰਤ ਨੂੰ, ਤੇਰੇ ਇਸ ਨਿਜ਼ਮ ਨੂੰ ਕੋਈ ਬਿਆਨ ਨਹੀਂ ਕਰ ਸਕਿਆ, ਕਿਉਂਕਿ ਕਾਦਰ ਜਿਹੜਾ ਹੈ ਕੁਦਰਤ ਦੁਆਰਾ ਨਜ਼ਰ ਆਉਂਦਾ ਹੈ। ਕੁਦਰਤ ਦਿਸੈ, ਕੁਦਰਤ ਸੁਣੀਐ, ਕੁਦਰਤ ਭਾਉ ਸੁਖ ਸਾਰ। ਗੁਰੂ ਨਾਨਕ ਪਾਤਸ਼ਾਹ ਮਹਾਰਾਜ ਨੇ ਆਪਾਂ ਰੋਜ਼ ਪੜ੍ਹਦੇ ਹਾਂ ਕਿ ਬਲਿਹਾਰੀ ਕੁਦਰਤ ਵਸਿਆ, ਤੇਰਾ ਅੰਤ ਨਾ ਜਾਈ ਲਖਿਆ। ਇਹ ਪ੍ਰਭੂ ਮੈਂ ਬਲਿਹਾਰ ਜਾਨਾ, ਤੂੰ ਕੁਦਰਤ ਚ ਪਿਆ ਵਸਦਾ ਹੈ, ਪਰ ਤੇਰਾ ਅੰਤ ਕੋਈ ਬਿਆਨ ਨਹੀਂ ਕਰ ਸਕਿਆ ਅਜੇ ਤੱਕ।
ਸੱਚੀ ਤੇਰੀ ਵਡਿਆਈ ਜਾਂ ਕੋ ਤੁਧ ਮਨ ਵਸਾਈ। ਸੱਚੀ ਤੇਰੀ ਵਡਿਆਈ ਜਾਂ ਕੋ ਤੁਧ ਮਨ ਵਸਾਈ। ਸਦਾ ਤੇਰੇ ਗੁਣ ਗਾਵਹੇ, ਸਦਾ ਤੇਰੇ ਗੁਣ ਗਾਵਹੇ। ਤੇਰੇ ਗੁਣ ਗਾਵੈ ਜਾਂ ਤੁਧ ਭਾਵੈ। ਤੇਰੇ ਗੁਣ ਗਾਵੈ ਜਾਂ ਤੁਧ ਭਾਵੈ। ਸੱਚੇ ਸਿਉ ਚਿਤ ਲਾਭੇ, ਸੱਚੇ ਸਿਉ ਚਿਤ ਲਾਭੇ। ਸੱਚੀ ਤੇਰੀ ਵਡਿਆਈ ਜਾਂ ਕੋ ਤੁਧ ਮਨ ਵਸਾਈ। ਸਦਾ ਤੇਰੇ ਗੁਣ ਗਾਵਹੇ। हे ਪ੍ਰਭੂ ਤੇਰੀ ਵਡਿਆਈ ਸੱਚੀ ਹੈ, ਪਰ ਜਿਹਦੇ ਮਨ ਵਿੱਚ ਤੂੰ ਇਹ ਵਡਿਆਈ ਆਪ ਪਾ ਦਿੱਤੀ, ਕਿਰਪਾ ਕਰ ਦਿੱਤੀ। ਕਿਉਂਕਿ ਵਡਿਆਈ ਵੱਡਾ ਪਾਇਆ, ਉਸ ਵੱਡੇ ਨੂੰ ਵਡਿਆਈਆਂ ਨਾਲ ਹੀ ਪਾਇਆ ਜਾ ਸਕਦਾ ਹੈ। ਤੂੰ ਆਪ ਕਿਰਪਾ ਕਰਕੇ ਉਹਨਾਂ ਨੂੰ ਇਹ ਮਹਿਸੂਸ ਹੋਣ ਲੱਗ ਪਿਆ, ਤੇਰੀਆਂ ਵਡਿਆਈਆਂ ਨੂੰ ਜਾਣਨ ਲੱਗ ਪਏ, ਅੰਦਰੋਂ ਸਮਝਣ ਲੱਗ ਪਏ। ਤੇਰੇ ਗੁਣ ਗਾਵੇ, ਇਸ ਕਰਕੇ ਹਮੇਸ਼ਾ ਸਦਾ ਉਹ ਤੇਰੇ ਗੁਣਾਂ ਨੂੰ ਗਾਉਂਦੇ ਨੇ, ਸਿਮਰਦੇ ਨੇ, ਆਰਾਧਦੇ ਨੇ, ਕਿਉਂਕਿ ਸਾਂਝ ਗੁਣਾਂ ਨਾਲ ਸਾਰੀ। ਤੇਰੇ ਗੁਣ ਗਾਵੇ ਜਾਂ ਤੁਧ ਭਾਵ ਹੈ, ਸੱਚੇ ਸਿਉ ਚਿਤ ਲਾਵਹੇ। ਕਿਉਂਕਿ ਤੇਰੇ ਗੁਣਾਂ ਨੂੰ ਗਾਉਂਦੇ ਨੇ, ਜਦੋਂ ਉਹ ਤੈਨੂੰ ਭਾ ਜਾਂਦੇ ਨੇ, ਭਾਵ ਤੈਨੂੰ ਚੰਗੇ ਲੱਗਦੇ ਨੇ। ਇਸ ਕਰਕੇ ਮਾਰੇ ਕਹਿੰਦੇ ਉਹ ਸੱਚੇ ਦੇ ਨਾਲ ਆਪਣਾ ਚਿੱਤ ਲਾ ਲੈਂਦੇ ਨੇ, ਜੋੜ ਲੈਂਦੇ ਨੇ ਪੂਰੀ ਤਰ੍ਹਾਂ। ਇੱਕ ਮਨ ਇੱਕ ਚਿੱਤ ਹੋ ਕੇ ਉਹ ਤੈਨੂੰ ਉੱਠਦਿਆਂ ਬਹਿੰਦਿਆਂ ਤੁਰਦਿਆਂ ਫਿਰਦਿਆਂ ਧਿਆਉਂਦੇ ਰਹਿੰਦੇ ਨੇ, ਸਿਮਰਦੇ ਰਹਿੰਦੇ ਨੇ। ਹਾਂਜੀ। ਜਿਸ ਨੂੰ ਤੂੰ ਆਪ ਮਿਲੈ, ਜਿਸ ਨੂੰ ਤੂੰ ਆਪੇ ਮਿਲੈ, ਸੋ ਗੁਰਮੁਖ ਰਹਿ ਸਮਾਈ। ਸੋ ਗੁਰਮੁਖ ਰਹਿ ਸਮਾਈ। ਕਿਉ ਕਹੈ ਨਾਨਕ ਸੱਚੇ ਮੇਰੇ ਸਾਹਿਬਾ। ਸੱਚੀ ਤੇਰੀ ਵਡਿਆਈ, ਜਿਸ ਨੂੰ ਤੂੰ ਆਪੇ ਮਿਲੈ, ਸੋ ਗੁਰਮੁਖ ਰਹਿ ਸਮਾਈ। ਅਖੀਰ ਵਿੱਚ ਮਾਰੇ ਕਹਿੰਦੇ ਪ੍ਰਭੂ ਜਿਹਨੂੰ ਤੂੰ ਆਪ ਕਿਰਪਾ ਕਰਕੇ ਆਪਣੇ ਨਾਲ ਮੇਲ ਲੈਣਾ, ਮਾਰੇ ਨੇ ਕਹਿਣਾ ਵਾਲੇ ਤੇਰੇ ਰਹਿ ਸਮਾਈ। ਤੈਨੂੰ ਕਹਿਣ ਵਾਲੇ ਕਹਿੰਦੇ ਕਹਿੰਦੇ ਤੇਰੇ ਵਿੱਚ ਹੀ ਸਮਾ ਗਏ, ਤੇਰਾ ਹੀ ਰੂਪ ਹੋ ਗਏ। ਬਸ ਉਹ ਤੇ ਤੇਰੇ ਵਰਗੀ ਕਹਿੰਦੇ ਗੁਰੂ ਦਾ ਅਨੁਸਾਰੀ ਹੋ ਕੇ ਗੁਰਮੁਖ ਰਹਿ ਸਮਾਈ। ਉਹ ਤੇ ਗੁਰੂ ਵਾਲਾ ਬਣ ਕੇ, ਗੁਰੂ ਦਾ ਅਨੁਸਾਰੀ ਹੋ ਕੇ, ਮੁੱਖ ਗੁਰੂ ਵਾਲਾ ਉਹਦਾ, ਉਹ ਤੇ ਤੇਰੇ ਵਿੱਚ ਸਮਾ ਗਿਆ। ਉਹਦੀ ਮੈਂ ਅੰਦਰੋਂ ਖਤਮ ਹੋ ਗਈ। ਬਸ ਇੱਕ ਦਰਿਆ ਉਹਨਾਂ ਚਿਰ ਦਰਿਆ ਸੀ ਜਦੋਂ ਆਪਣੇ ਕੰਢਿਆਂ 'ਚ ਵਹਿੰਦਾ ਸੀ। ਜਦੋਂ ਉਹ ਜਾ ਕੇ ਸਮੁੰਦਰ ਵਿੱਚ ਦਾਖਲ ਹੋਇਆ, ਕਹਿੰਦੇ ਫਿਰ ਦਰਿਆ ਨਾ ਰਿਹਾ, ਫਿਰ ਤੇ ਸਮੁੰਦਰ ਹੀ ਹੋ ਗਿਆ। ਉਹ ਬੂੰਦ ਜਿਹੜੀ ਉੱਪਰ ਲਮਕਦੀ ਪਈ ਸੀ, ਜਿਹਨੂੰ ਅਸੀਂ ਬੂੰਦ ਕਹਿੰਦੇ ਸੀ, ਕਹਿੰਦੇ ਜਦੋਂ ਸਮੁੰਦਰ 'ਚ ਡਿੱਗੀ ਉੱਥੇ ਸਮੁੰਦਰ ਹੋ ਗਈ। ਇਸ ਕਰਕੇ ਤੈਨੂੰ ਸਿਮਰਦੇ ਸਿਮਰਦੇ ਜਿਹੜੇ ਤੇਰੇ ਵਿੱਚ ਜਾ ਸਮਾਏ, ਉਹ ਫਿਰ ਤੇਰੇ ਵਰਗੇ ਹੀ ਹੋ ਗਏ। ਇਉਂ ਕਹਿ ਨਾਨਕ ਸੱਚੇ ਮੇਰੇ ਸਾਹਿਬਾ, ਸੱਚੀ ਤੇਰੀ ਵਡਿਆਈ। ਇਉਂ ਬਿਆਨ ਕਰਦੇ ਨੇ ਮਹਾਰਾਜ ਤੀਜੇ ਪਾਤਸ਼ਾਹ, ਐ ਮੇਰੇ ਸਾਹਿਬ, ਐ ਮੇਰੇ ਪ੍ਰਭੂ, ਤੂੰ ਆਪ ਸੱਚਾ ਹੈ, ਤੇਰੀਆਂ ਫਿਰ ਵਡਿਆਈਆਂ ਵੀ ਤੇ ਸੱਚੀਆਂ ਨੇ ਨਾ। ਕਿਉਂਕਿ ਤੇਰੇ ਦਿੱਤੇ ਹੋਏ ਗੁਣ, ਤੇਰੀਆਂ ਬਖਸ਼ੀਆਂ ਹੋਈਆਂ ਬਖਸ਼ਿਸ਼ਾਂ, ਉਹ ਸੱਚ ਨਾਲ ਜੋੜਦੀਆਂ ਨੇ ਸਾਨੂੰ। ਤੇ ਤੈਨੂੰ ਧਿਆਉਣ ਵਾਲੇ, ਤੈਨੂੰ ਸਿਮਰਦੇ ਸਿਮਰਦੇ ਤੂੰ ਕਰਤਾ ਤੂੰ ਹੁਆ, ਮੁਝ ਮੇ ਰਹਾ ਨਾ ਹੂੰ, ਜਬ ਆਪਾ ਪਰ ਕਾ ਮਿਟ ਗਿਆ, ਜਤ ਦੇਖਾਂ ਤਤ ਤੂੰ। ਕਹਿੰਦੇ ਉਹ ਅਵਸਥਾ ਤੱਕ ਜਾ ਪਹੁੰਚੇ। ਇਸ ਕਰਕੇ ਆਓ ਪਰਮਾਤਮਾ ਨਾਲ ਸਾਂਝ ਜਿਹੜੀ ਹੈ ਮਨਾ, ਉਹ ਗੁਣਾਂ ਦੀ ਹੈ। ਆਪਣੇ ਅੰਦਰ ਗੁਣ ਪੈਦਾ ਕਰ ਤਾਂ ਕਿ ਤੂੰ ਉਸ ਮਾਲਕ ਨੂੰ ਮਿਲ ਸਕੇ। ਉਹ ਗੁਣ ਨੇ ਜਿਹੜੇ ਉਹ ਪਰਮਾਤਮਾ ਦੇ ਨੇ। ਉਹ ਨਿਰਭਉ ਹੈ, ਉਹ ਨਿਰਵੈਰ ਹੈ, ਉਹ ਮਿੱਠ ਬੋਲੜਾ ਹੈ, ਉਹ ਔਗਣ ਨਹੀਂ ਚਤਾਰਦਾ। ਇਸ ਕਰਕੇ ਆਪਣੇ ਅੰਦਰ ਝਾਤ ਮਾਰੀਏ ਕਿ ਕੀ ਅਸੀਂ ਨਿਰਭਉ ਹੋ ਗਏ ਹਾਂ, ਕੀ ਅਸੀਂ ਨਿਰਵੈਰ ਹੋ ਗਏ ਹਾਂ, ਕੀ ਅਸੀਂ ਮਿੱਠ ਬੋਲੜੇ ਹੋ ਗਏ ਹਾਂ, ਕੀ ਅਸੀਂ ਪਰਉਪਕਾਰੀ ਹੋ ਗਏ ਹਾਂ, ਕੀ ਅਸੀਂ ਦੂਜਿਆਂ ਦਾ ਭਲਾ ਚਾਹੁਣ ਲੱਗ ਪਏ ਹਾਂ, ਕੀ ਅਸੀਂ ਆਪਣੇ ਔਗਣਾਂ ਨੂੰ ਵੇਖਣ ਲੱਗ ਪਏ ਹਾਂ, ਕੀ ਅਸੀਂ ਦੂਜਿਆਂ ਦੇ ਔਗਣਾਂ ਨੂੰ ਵੇਖ ਕੇ ਉਹਨਾਂ ਨੂੰ ਮਾਫ ਕਰਨ ਲੱਗ ਪਏ ਹਾਂ। ਜੇ ਇੰਜ ਹੋ ਗਿਆ ਫਿਰ ਤੇ ਨਾਮ ਸਾਡੇ ਅੰਦਰ ਵਸਦਾ ਜਾ ਰਿਹਾ। ਜੇ ਅਜੇ ਨਹੀਂ ਹੋਇਆ ਫਿਰ ਅਸੀਂ ਅਜੇ ਉੱਥੇ ਹੀ ਖੜੇ ਹਾਂ। ਕਿਉਂਕਿ ਬਾਣੀ ਪੜ੍ਹਨ ਨਾਲ, ਬਾਣੀ ਵਿਚਾਰਨ ਨਾਲ ਸਾਡੇ ਅੰਦਰ ਬਦਲਾਅ ਆਉਣਾ ਜ਼ਰੂਰੀ ਹੈ। ਜੇ ਉਹ ਆਪਣੇ ਆਪ ਸਾਨੂੰ ਪਤਾ ਹੈ, ਕਿਉਂਕਿ ਬਾਣੀ ਸ਼ੀਸ਼ਾ ਹੈ। ਮੈਂ ਪਹਿਲਾਂ ਵੀ ਬੇਨਤੀ ਕੀਤੀ
ਕਿ ਜਿਸ ਤਰ੍ਹਾਂ ਸ਼ੀਸ਼ੇ ਮੂਹਰੇ ਖਲੋ ਕੇ ਅਸੀਂ ਆਪਣੇ ਸਰੀਰ ਦੇ ਔਗਣ ਵੇਖ ਲੈਂਦੇ ਆ, ਜਦੋਂ ਅਸੀਂ ਬਾਣੀ ਦੇ ਸਾਨੂੰ ਵਿਖਾਉਂਦੇ ਆ ਤਾਂ ਸਾਨੂੰ ਆਪਣੇ ਮਨ ਦੇ ਔਗਣ ਨਜ਼ਰ ਆਉਣ ਲੱਗ ਜਾਂਦੇ ਨੇ, ਸਮਝ ਆਉਣ ਲੱਗ ਜਾਂਦੀ ਤੇ ਉਸ ਔਗਣਾਂ ਨੂੰ ਸਤਿਗੁਰੂ ਅੱਗੇ राम हम बारक हर प्रभ के हैं ए आणे, हम बारक हर प्रभ के हैं